मैं ਤੁਹਾਨੂੰ ਦੱਸ ਰਿਹਾ ਹੈਗਾ ਇਹਦੀ ਪਰਸਨਲ ਰੰਜਿਸ਼ ਸੀਗੀ ਕੁਝ ਇੱਕ ਕਾਰਨਾ ਕਰਕੇ ਇਹ ਆਪਸ ਵਿੱਚ ਰੰਜਿਸ਼ ਰੱਖਦੇ ਸੀਗੇ ਜਿਨ੍ਹਾਂ ਦੇ ਹਾਲਾਤਾਂ ਵਿੱਚ ਇਹਨੇ ਜਾ ਕਰਕੇ ਉਹ ਬੰਦਿਆਂ ਨੂੰ ਕਤਲ ਕਰਤਾ। ਇਹਦਾ ਨਾਮ ਕੀ ਹੈਗਾ? ਇਹਦਾ ਦੇਸਾਈ ਮੋਹਨ ਨਾਮ ਹੈਗਾ। ਦੇਸਾਈ ਮੋਹਨ ਕੀ ਮਤਲਬ ਕਿ ਉੱਥੇ ਐਜ ਮੈਸ ਦੇ ਵਿੱਚ ਇਹ ਸਾਰੇ ਸੰਤਰੀ ਡਿਊਟੀ ਤੇ ਕਹਿ ਲਓ ਤੁਸੀਂ ਇੱਕ ਤਰੀਕੇ ਦੇ ਨਾਲ ਸਾਰੇ ਉੱਥੇ ਇੱਕ ਪੁਆਇੰਟ ਤੇ ਹੀ 6 ਬੰਦੇ ਤੈਨਾਤ ਸੀਗੇ ਔਰ ਸਾਂਝੀ ਡਿਊਟੀ ਕਰਦੇ ਹੁੰਦੇ ਸੀ ਵਾਰੀ-ਵਾਰੀ। ਉਹਦੇ ਵਿੱਚੋਂ ਇੱਕ ਬੰਦਾ ਇਹ ਸੀਗਾ ਜਿੰਨੇ ਬਾਕੀ ਦੇ 4 ਬੰਦੇ ਜਿਹੜੇ ਹੈਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਸਰ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਵੈਪਨ ਸੀ ਉਹ ਕਿਸੇ ਖੱਡੇ 'ਚੋਂ ਮਿਲਿਆ ਸੀ ਜਿਸ ਪਾਣੀ ਖੜਾ ਸੀ। ਸੇਮ ਖੱਡਾ ਹੈਗਾ ਜਿੰਦੀ ਮੈਂ ਗੱਲ ਕਰ ਰਿਹਾ ਹੈਗਾ, ਇੱਕ ਸੀਵਰੇਜ ਦਾ ਪਿਟ ਹੈਗਾ, ਉਹਦੇ 'ਚ ਇਹਨੇ ਵੈਪਨ ਸੁੱਟਤਾ ਸੀ ਕਿਉਂਕਿ ਕਾਫੀ ਉਹਦੇ 'ਚ ਪਾਣੀ ਭਰਿਆ ਹੋਇਆ ਹੈਗਾ ਤਾਂ ਉਹ ਦਿਖਾਈ ਨਹੀਂ ਦਿੰਦਾ। ਪਹਿਲਾਂ ਵੈਪਨ ਤੇ ਜਦੋਂ ਉਹਦੇ ਪਾਣੀ ਕੱਢਿਆ ਗਿਆ ਪਹਿਲੇ ਦਿਨ ਉਦੋਂ ਵੈਪਨ ਤੇ ਮਿਲ ਗਿਆ ਬਿਕੋਜ਼ ਇਟ ਇਜ਼ ਆਬਵੀਅਸ ਵੱਡਾ ਵੈਪਨ ਹੁੰਦਾ ਹੈਗਾ ਉਹ ਦਿਖ ਜਾਂਦਾ ਹੈ, ਬਟ ਐਮੂਨੀਸ਼ਨ ਉਸ ਦਿਨ ਬਰਾਮਦ ਨਹੀਂ ਹੋਈ ਕਿਉਂਕਿ ਸਾਨੂੰ ਨਹੀਂ ਕਲੀਅਰ ਸੀਗਾ ਕਿ ਕੁਝ ਉਹਨੇ ਉੱਥੇ ਸੁੱਟਿਆ ਹੈਗਾ। ਕੱਲ ਜਦੋਂ ਇਹਦੀ ਕਾਫੀ ਥੋਰੋ ਪੁੱਛਗਿੱਛ ਕੀਤੀ ਗਈ ਦੈਨ ਹੀ ਰਿਵੀਲਡ ਕਿ ਇਹਨੇ ਜਿਹੜੇ 8 ਕਾਰਤੂਸ ਚੋਰੀ ਕੀਤੇ ਸੀਗੇ ਔਰ ਜਿਹੜਾ ਇੱਕ ਲਾਈਵ ਜਿਹੜਾ ਕਾਰਟ੍ਰਿਜ ਜਿਹੜੀ ਇਹਦੀ ਮਿਸਫਾਇਰ ਹੋ ਗਈ ਸੀ ਉਹ 9 ਕਾਰਤੂਸ ਇਹਨੇ ਲਿਜਾ ਕਰਕੇ ਉਸ ਪਿੱਟੇ 'ਚ ਉਸ ਵੈਪਨ ਦੇ ਨਾਲ ਹੀ ਸੁੱਟੇ ਸੀਗੇ। ਤੇ ਕਾਫੀ ਥੋਰੋ ਸਰਚ ਕਰਨ ਤੋਂ ਬਾਅਦ ਕਾਫੀ ਮਤਲਬ ਚੰਗੀ ਤਰੀਕੇ ਦੇ ਨਾਲ ਆਪਾਂ ਉੱਥੇ ਕੀਤੀ ਸਰਚ ਤਾਂ ਸਾਨੂੰ ਇਹ ਜਿਹੜੇ ਹੈਗੇ 7 ਕਾਰਤੂਸ ਬਰਾਮਦ ਹੋਏ ਨੇ। ਤੁਸੀਂ ਨਿੱਜੀ ਕਾਰਨਾਂ ਦੀ ਗੱਲ ਕਰ ਰਹੇ ਹੋ, 4 ਬੰਦਿਆਂ ਦਾ ਕਤਲ ਹੋਇਆ, ਇੱਕ ਨਾਲ ਹੋ ਸਕਦੀ ਹੈ, 2 ਨਾਲ 4 ਨਾਲ ਹੀ ਨਿੱਜੀ ਰੰਜਿਸ਼? ਬਿਲਕੁਲ ਜੀ ਬਿਲਕੁਲ 4 ਦੇ ਨਾਲ ਨਿੱਜੀ ਰੰਜਿਸ਼ ਸੀਗੀ। ਇਹ ਕੁਝ ਪਰਸਨਲ ਰੀਜ਼ਨਸ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਇੱਥੇ ਮੀਡੀਆ 'ਚ ਡਿਸਕਲੋਜ਼ ਨਹੀਂ ਕਰ ਸਕਦੇ ਹੈਗੇ ਆ ਤੇ ਆਈ ਵੁੱਡ ਲਾਈਕ ਕਿ ਤੁਸੀਂ ਵੀ ਜਿੰਨੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਉਹਦੇ ਤੇ ਵਿਸ਼ਵਾਸ ਕਰਦੇ ਹੋਏ ਉਸ ਚੀਜ਼ ਨੂੰ ਤੁਸੀਂ ਅੱਗੇ ਡਿਸਕਲੋਜ਼ ਕਰੋ। ਜਿਹੜੀ ਐਫਆਈਆਰ ਹੋਈ ਸੀ ਉਹਦੇ 'ਚ 2 ਜਿਹੜੇ ਹੈਗੇ ਆ ਬੰਦੇ ਦੱਸੇ ਗਏ ਸੀ ਐਫਆਈਆਰ ਦੇ ਵਿੱਚ ਕਿ ਕੁਰਤਾ ਜਮਨ ਨੇ ਪਾ ਰੱਖਿਆ, ਮੂਲ ਘੋਲ ਰਿਹਾ, ਕੁਲਾੜੀ ਹੱਥ ਦੇ ਵਿੱਚ ਸੀ। ਐਸੇ ਬੰਦੇ ਨੇ ਇਹ 4:30 ਵਜੇ ਜਦੋਂ ਇਨਸੀਡੈਂਟ ਕੀਤਾ ਹੈਗਾ ਉਸ ਤੋਂ ਬਾਅਦ ਇਹਨੇ ਇਹ ਸਟੋਰੀ ਕਨਕੌਕਟ ਕੀਤੀ ਕਿਉਂਕਿ ਜੀਓਜ਼ ਮੈਸ ਉੱਥੇ ਨਾਲ ਹੈਗੀ ਹੈ, ਉੱਥੇ ਕੁਝ ਆਫੀਸਰਸ ਵੀ ਆਉਂਦੇ ਨੇ, ਉਹਨਾਂ ਦੇ ਗੈਸਟ ਵੀ ਆਉਂਦੇ ਨੇ। ਇਹਨੇ ਜਾਂ ਤੇ ਦੇਖਿਆ ਹੋਣਾ ਕਿ ਕੋਈ ਕੁੜਤੇ ਪਜਾਮੇ ਵਾਲੇ ਬੰਦੇ 1-2 ਦਿਨ ਉੱਥੇ ਆਏ ਸੀਗੇ ਤੇ ਇਹਨੇ ਉਸ ਹਿਸਾਬ ਨਾਲ ਇੱਕ ਕੁੜਤੇ ਪਜਾਮੇ ਵਾਲੀ ਸਟੋਰੀ ਬਣਾਈ। ਇੱਕ ਵੈਪਨ ਚੁੱਕੀ ਮਿਸਿੰਗ ਸੀਗਾ ਜਿਹੜਾ ਚੋਰੀ ਹੋਇਆ ਸੀਗਾ, ਉਹ ਵੈਪਨ ਉੱਥੇ ਯੂਜ਼ ਵੀ ਹੋਇਆ ਤੇ ਇਹਨੇ ਕਹਿਤਾ ਕਿ ਵੈਪਨ ਇਹ ਵਾਲਾ ਜਿਹੜਾ ਹੈਗਾ ਇਨਸਾਸ ਰਾਈਫਲ ਉਹ ਬੰਦੇ ਦੇ ਹੱਥ 'ਚ ਹੈਗੀ ਹੈ ਕਿਉਂਕਿ ਦੂਜਾ ਕੋਈ ਹੋਰ ਵੈਪਨ ਨਹੀਂ ਸੀਗਾ ਤੇ ਇਹਨੇ ਇੱਕ ਫਰਸੇ ਜਾਂ ਕੁਲਾੜੀ ਦਾ ਜਿਹੜਾ ਹੈਗਾ ਨਾਂ ਲੈ ਲਿਆ ਕਿ ਦੂਜੇ ਬੰਦੇ ਦੇ ਹੱਥ ਵਿੱਚ ਇੱਕ ਕੁਲਾੜੀ ਸੀਗੀ। ਅੱਛਾ ਕਰਨਲ ਸਾਹਿਬ ਜਿਹੜੇ ਮਾਰੇ ਗਏ ਆ 4 ਬੰਦੇ ਤੇ ਜਿਹੜਾ ਮਾਰਨ ਵਾਲਾ ਹੈਗਾ ਮੋਹਨ ਸਹੀ ਇਹ ਸਾਰੇ हिंदी नाल हाँ जो मारे गए हैं इसमें 4 गनर और जो मारने वाला है कातिल है देसाई मोहन, तो सारे के सारे अनमैरिड है या मैरिड है इनमें कोई? जो मारने वाला है वो अनमैरिड है और जो सारे डेथ हुए हैं वो भी अनमैरिड। सर कहाँ के रहने वाले हैं? इसकी डिटेल जो है वो अभी दो इस वक्त डिटेल मुझे आई हैव 2 बंदे तमिलनाडु के हैं, 2 कर्नाटका के हैं और जिस बंदे ने मारा है ही इज फ्रॉम एपी आंध्र प्रदेश। हाँ जी सर जिदा स्थित 302 ਤੇ ਜੋ ਸੈਕਸ਼ਨ 25 ਆਰਮ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿੱਦਾਂ ਇਹਨੇ ਗੁੰਮਰਾਹ ਕੀਤਾ ਪੁਲਿਸ ਨੂੰ ਤੇ ਆਰਮੀ ਨੂੰ ਉਸ ਦੇ ਦੇਖੋ ਜੀ ਹਜੇ ਵੀ ਹੈਵ ਪੁੱਟ ਹਿਸ ਅਰੈਸਟ ਆਪਾਂ ਹੁਣ ਕੋਰਟ 'ਚ ਪੇਸ਼ ਕਰਾ ਕਰਕੇ ਇਹਦਾ ਰਿਮਾਂਡ ਲਵਾਂਗੇ, ਉਹਦੇ ਵਿੱਚ ਅੱਗੇ ਹਜੇ ਦੀ ਹੋਰ ਪੁੱਛਗਿੱਛ ਕਰਾਂਗੇ ਔਰ ਜੋ ਵੀ ਇਨਵੈਸਟੀਗੇਸ਼ਨ ਵਿੱਚ ਆਊਗਾ ਉਸ ਹਿਸਾਬ ਨਾਲ ਵਾਧਾ ਜੁਰਮ ਜਾਂ ਜੋ ਘਾਟਾ ਜੁਰਮ ਕਰਨਾ ਹੋਏਗਾ ਉਸ ਹਿਸਾਬ ਨਾਲ ਤਫਤੀਸ਼ ਜਿਹੜੀ ਹੈਗੀ ਆਪਣਾ ਰੂਟ ਆਪ ਲਵੇਗੀ। ਸਰ ਇਹ ਜਿਸ ਤਰ੍ਹਾਂ ਸਰ ਇੰਨੇ ਦਿਨ ਲਾਗੇ ਟ੍ਰੇਸ ਕਰਦੇ ਆ ਉੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ? ਦੇਖੋ ਜੀ ਸੀਸੀਟੀਵੀ ਕੈਮਰੇ ਹੈਗੇ ਨੇ ਬਟ ਪੁਆਇੰਟ ਇਜ਼ ਕਿ ਜਿਹੜਾ ਇਹ ਸੈਂਸਿਟਿਵ ਏਰੀਆ ਹੈਗਾ ਵੀ ਕੈਨ ਨਾਟ ਡਿਸਕਲੋਜ਼ ਕਿੰਨੇ ਸੀਸੀਟੀਵੀ ਕੈਮਰੇ ਉੱਥੇ ਲੱਗੇ ਹੋਏ ਨੇ। ਨਹੀਂ ਮਤਲਬ ਇੰਨੇ ਦਿਨ ਲੱਗਣ ਦਾ ਕਾਰਨ ਪੁੱਛ ਰਿਹਾ ਵੀ ਸੀਸੀਟੀਵੀ ਦੇ ਵਿੱਚ ਦੇਖੋ ਜੀ ਜਿਹੜਾ ਕਾਤਲ ਹੁੰਦਾ ਹੈਗਾ ਉਹ ਆਪਣਾ ਦਿਮਾਗ ਵੀ ਵਰਤਦਾ ਹੈਗਾ ਕਿ ਕਿਹੜੇ ਪੁਆਇੰਟ ਤੋਂ ਛੁਪ ਕੇ ਨਿਕਲ ਸਕਦਾ ਹੈਗਾ, ਕਿਹੜੇ ਪੁਆਇੰਟ ਤੇ ਸੀਸੀਟੀਵੀ ਕੈਮਰੇ 'ਚ ਚੀਜ਼ ਕੈਦ ਨਹੀਂ ਹੋਊਗੀ। ਇਸੇ ਕਰਕੇ ਜਿਹੜਾ ਹੈਗਾ ਸੀਸੀਟੀਵੀ ਕੈਮਰੇ 'ਚ ਸਾਨੂੰ ਆ ਚੀਜ਼ ਨਹੀਂ ਲੱਭੀ ਔਰ ਪੁਆਇੰਟ ਇਜ਼ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਸੀਗਾ ਉਹ ਸ਼ੁਰੂ ਤੋਂ ਹੀ ਇਨਵੈਸਟੀਗੇਸ਼ਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਸ ਤਰ੍ਹਾਂ ਤੁਸੀਂ ਵੀ ਆਪ ਕਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਹੁਣ ਐਵਰੀਥਿੰਗ ਇਜ਼ ਕਲੀਅਰ। ਉਹ ਬੰਦੇ ਦੀ ਆਪਾਂ ਅਰੈਸਟ ਪਾ ਲਈ ਹੈਗੀ ਹੈ, ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਾ ਕਰਕੇ ਆਪਾਂ ਉਹਦਾ ਰਿਮਾਂਡ ਲੈ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਸਾਰੇ ਇੱਕੋ ਯੂਨਿਟ ਦੇ ਨੇ ਜੀ? ਇਹ ਸਾਰੇ ਇੱਕੋ ਯੂਨਿਟ ਸਰ ਜਿਸ ਤਰ੍ਹਾਂ ਪੜਤਾਲ ਦੌਰਾਨ ਸਰ ਕਿਸੇ ਹੋਰ ਬੰਦੇ ਦੀ ਕੋਈ ਮਾੜੀ ਸ਼ੱਕੀ ਭੂਮਿਕਾ ਨਹੀਂ ਹਜੇ ਤੱਕ ਹੋਰ ਕਿਸੇ ਦੀ ਕੋਈ ਸ਼ੱਕੀ ਭੂਮਿਕਾ ਨਹੀਂ ਆਈ ਹੈਗੀ ਹੈ ਬਟ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ। ਟੈਕਨੀਕਲ ਤੌਰ ਤੇ ਵੀ ਜਿਹੜਾ ਉਹਦੇ ਮੋਬਾਈਲ ਹੈਗੇ ਉਹਨਾਂ ਦੇ ਫੋਰੈਂਸਿਕਸ ਕੀਤੀ ਜਾ ਰਹੀ ਹੈਗੀ ਹੈ, ਉਹ ਤੋਂ ਵੀ ਜੋ ਗੱਲਾਂ ਸਾਹਮਣੇ ਆਉਂਗੀ ਉਹਦੀ CDR ਦੀ ਪੜਤਾਲ ਕਰ ਰਹੇ ਹੈਗੇ ਆ, ਉਹ ਤੋਂ ਵੀ ਜੋ ਗੱਲਾਂ ਸਾਹਮਣੇ ਆਉਂਗੀਆਂ ਉਹਨਾਂ ਨੂੰ ਸਾਰਿਆਂ ਨੂੰ ਰੱਖਦਿਆਂ ਹੋਇਆ ਇੱਕ ਇਕੱਠੀ ਜਿਹੜੀ ਹੈਗੀ ਆਪਾਂ ਵਧੀਆ ਤਰੀਕੇ ਨਾਲ ਡੀਪ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਂਗੇ। ਸਰ ਜਿਸ ਤਰ੍ਹਾਂ ਹੋਰ ਇਨਸੀਡੈਂਟਸ ਵਾਪਰੇ ਸੀ ਜਿਹਦੇ ਵਿੱਚ ਇੱਕ ਹੋਰ ਆਰਮੀ ਦੇ ਜੋ ਐਕਸੀਡੈਂਟਲ ਦੱਸਿਆ ਜਾ ਰਿਹਾ ਸੀ, ਕੁਝ ਕੰਸਰਨ ਤਾਂ ਨਹੀਂ ਇਹਦੇ ਨਾਲ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਤੁਹਾਨੂੰ ਕਲੀਅਰ ਕੀਤੀ ਹੈਗੀ ਹੈ ਕਿ ਇਹ ਦੋਨੋਂ ਏਰੀਆ ਡਿਫਰੈਂਟ ਹੈਗੇ ਨੇ ਔਰ ਜਿਹੜਾ ਉਹ ਇਨਸੀਡੈਂਟ ਹੋਇਆ ਸੀਗਾ ਉਹ ਸੈਪਰੇਟ ਇਨਸੀਡੈਂਟ ਸੀਗਾ। ਉਹ ਬੰਦੇ ਨੇ ਆਪਣੇ ਕਨਪਟੀ ਤੇ ਵੈਪਨ ਰੱਖ ਕਰਕੇ ਜਿਹੜਾ ਹੈਗਾ ਉਹ ਵੈਪਨ ਚਲਾਇਆ ਸੀਗਾ, ਸੁਸਾਈਡ ਕੀਤਾ ਸੀਗਾ ਔਰ ਆ ਯੂਨਿਟ ਔਰ ਉਹ ਯੂਨਿਟ ਡਿਫਰੈਂਟ ਹੈਗੀਆਂ ਨੇ ਜੀ, ਬਹੁਤ डिफरेंट यूनिट कौन सी है इस वक्त उसका नाम लेना ठीक होगा? नहीं इस यूनिट का नाम बता दें, ये किस यूनिट का है? ये मीडियम रेजिमेंट है। सर जिस तरह 12 तरीक की हैगी घटना 4:30 बजे ਦੀ हाँ जी ਉਹਨੇ ਬੰਦੇ ਨੇ
ਮਰਡਰ ਕਰਤਾ ਫਾਇਰਿੰਗ ਕਰਤੀ ਇਸ 5 ਦਿਨ ਫਿਰ ਉਹ ਕੈਂਟ ਚ ਰਿਹਾ ਕਿ ਤੁਹਾਨੂੰ ਪੁਲਿਸ ਸਹਿਯੋਗ ਦਿੰਦਾ ਨਹੀਂ ਨਹੀਂ ਬਿਲਕੁਲ ਦੇਖੋ ਜੀ ਹੀ ਵਾਜ਼ ਇਨ ਕੈਂਟੋਨਮੈਂਟ ਏਰੀਆ ਆਰਮੀ ਦੀ ਵੀ ਆਪਣੀ ਪੜਤਾਲ ਚੱਲਦੀ ਹੈ ਕੋਰਟ ਆਫ ਇਨਕੁਆਇਰੀ ਚੱਲਦੀ ਹੈਗੀ ਹੈ ਪੁਲਿਸ ਦੀ ਆਪਣੀ ਇਨਵੈਸਟੀਗੇਸ਼ਨ ਚੱਲਦੀ ਹੈਗੀ ਹੈ ਬੋਥ ਆਰ ਗੋਇੰਗ ਪੈਰਲਲ ਅਸੀਂ ਸਾਂਝਾ ਆਪਰੇਸ਼ਨ ਕਰਕੇ ਜਿਹੜਾ ਹੈਗਾ ਇਹ ਬੰਦੇ ਨੂੰ ਹੁਣ ਨੈਪ ਕਰ ਲਿਆ ਹੈਗਾ ਅਰੈਸਟ ਕਰ ਲਿਆ ਹੈਗਾ ਹੀ ਵਾਜ਼ ਵਿਦ ਅਸ ਓਨਲੀ ਉਹਨੇ ਕਿਤੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਸਰ ਉਹਦੇ ਨਾਲ ਰਿਹਾ ਤੁਹਾਡੇ ਜਦੋਂ ਕਰਦੇ ਤੁਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਹੋ ਦੇਖੋ ਜੀ ਪਹਿਲਾਂ ਅਸੀਂ ਪਹਿਲਾਂ ਕੋਰਟ ਆਫ ਇਨਕੁਆਇਰੀ ਚੱਲ ਰਹੀ ਸੀਗੀ ਉੱਥੇ ਉਹਦੇ ਕੋਲੋਂ ਪੁੱਛਗਿੱਛ ਹੋ ਰਹੀ ਸੀਗੀ ਕਾਫੀ ਡੂੰਘਾਈ ਨਾਲ ਪੜਤਾਲ ਉੱਥੇ ਵੀ ਕੀਤੀ ਹੈਗੀ ਹੈ ਉੱਥੇ ਵੀ ਉਹਨੇ ਕਈ ਤਰੀਕਾ ਦੀਆਂ ਕਹਾਣੀਆਂ ਬਣਾ ਕਰਕੇ ਦੱਸੀਆਂ ਜਿਹਦੇ ਬੇਸ ਤੇ ਸਾਡਾ ਸ਼ੱਕ ਜਿਹੜਾ ਹੈਗਾ ਲਗਾਤਾਰ ਪੱਕਾ ਹੁੰਦਾ ਚਲਾ ਗਿਆ ਫਿਰ ਅਸੀਂ ਜਦੋਂ ਆਪਣੇ ਕੋਲ ਲੈ ਕਰਕੇ ਆਏ ਉਹਨੂੰ ਜਦੋਂ ਪੁੱਛ ਪੜਤਾਲ ਕੀਤੀ ਉਹਦੇ ਵਿੱਚ ਉਹਦੇ ਕੁਝ ਸਟੇਟਮੈਂਟ ਸੀਗੇ ਜਿਹੜੇ ਕਿ ਵੱਖਰੇ ਟਾਈਮ ਤੇ ਵੱਖਰੇ ਸਟੇਟਮੈਂਟ ਦੇ ਰਿਹਾ ਸੀਗਾ ਉਸੇ ਕਰਕੇ ਸਾਨੂੰ ਸ਼ੱਕ ਜਿਹੜਾ ਹੈਗਾ ਸਾਡਾ ਵੱਧਦਾ ਗਿਆ ਔਰ ਫਿਰ ਜਦੋਂ ਆਪਾਂ ਡੂੰਘਾਈ ਨਾਲ ਉਹਦੀ ਪੁੱਛਗਿੱਛ ਕੀਤੀ ਦੈਨ ਹੀ ਰਿਵੀਲਡ ਐਵਰੀਥਿੰਗ ਜਿਹੜੀ ਕਿ ਉਹਨੇ ਕੀਤੀ ਸੀਗੀ ਇਸ ਕੇਸ ਪੁਲਿਸ ਕੋਲੇ ਆਈ ਵਿਟਨੈਸ ਨਹੀਂ ਹੈ ਕੀ ਲੱਗਦਾ ਵੀ ਸਜ਼ਾ ਮਿਲ ਪਾਊਗੀ ਦੇਖੋ ਜੀ ਬਿਲਕੁਲ ਸਜ਼ਾ ਹੋਊਗੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆਪਾਂ ਸਾਇੰਟੀਫਿਕ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਔਰ ਜੋ ਐਂਗਲ ਇਹਦੇ ਵਿੱਚ ਸਾਨੂੰ ਕਵਰ ਕਰਨ ਦੀ ਕੋਸ਼ਿਸ਼ ਹੈਗੀ ਹੈ ਉਹ ਆਪਾਂ ਕਰਾਂਗੇ ਵੀ ਹੈਵ ਆਲਰੇਡੀ ਜਿਹੜਾ ਹੈਗਾ ਰਿਕਵਰਡ ਦੀ ਐਮੂਨੀਸ਼ਨਸ ਉਹਦੀ ਨਿਸ਼ਾਨਦੇਹੀ ਤੇ ਲਿਜਾ ਕਰਕੇ ਆਪਾਂ ਮੌਕੇ ਤੇ ਐਮੂਨੀਸ਼ਨ ਰਿਕਵਰ ਕੀਤੇ ਹੈਗੇ ਨੇ ਉਹ ਜਿਹੜਾ ਪਾਊਚ ਹੈਗਾ ਜਿਹਦੇ 'ਚ ਉਹਨੇ ਵੈਪਨ ਰੱਖਿਆ ਸੀਗਾ ਉਹ ਰਿਕਵਰ ਕੀਤਾ ਹੈਗਾ ਜਿਹੜੇ ਪਾਊਚ 'ਚ ਉਹਨੇ ਖੋਲ ਰੱਖੇ ਸੀਗੇ ਜਿਹੜੇ ਕਾਰਤੂਸ ਰੱਖੇ ਸੀਗੇ ਉਹ ਵੀ ਰਿਕਵਰ ਕੀਤਾ ਹੈਗਾ ਤਾਂ ਆਈ ਥਿੰਕ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੈਗੀ ਉਹ ਬਿਲਕੁਲ ਠੀਕ ਰੂਟ ਤੇ ਚੱਲ ਰਹੀ ਹੈਗੀ ਹੈ ਆਫਟਰ ਗੈਟਿੰਗ ਇਟ ਕਲੀਅਰ ਕਿ ਇਹੀ ਬੰਦਾ ਹੈਗਾ ਜਿਹਨੇ ਇਹ ਕੀਤਾ ਹੈਗਾ ਆਫੈਂਸ ਤਾਂ ਹੀ ਆਪਾਂ ਤੁਹਾਡੇ ਸਾਹਮਣੇ ਆ ਕਰਕੇ ਬੈਠ ਕਰਕੇ ਇੱਥੇ ਪ੍ਰੈਸ ਕਾਨਫਰੰਸ कर रहे हैं करण साहब एक ਤੁਹਾਡੇ तक सवाल है कि जैसे पुलिस ने अभी 302 का पर्चा दर्ज कर लिया उसके आसपास ये अपने अलग केस चलेगा कोई आर्मी का भी अपने पदर से जैसे कोर्ट ऑफ इंक्वायरी बताई थी आपका भी कोई चलेगा इसमें फर्दर कोई इन्वेस्टिगेशन हमारी साथ साथ जो इंटरनल इंक्वायरी होती है वो चल रही है ऑलरेडी लेकिन अभी चूंकि ये एक मर्डर का केस है तो ये पुलिस के थ्रू रूट होता है और जब पुलिस का ये कार्रवाई चलेगा साथ ही साथ हमारी जो भी लीगल प्रोसीजर होंगी जैसे जैसे घटनाक्रम आगे बढ़ेगी उसमें आर्मी उसी तरह से पार्टिसिपेट करेगी थैंक यू ਸਰ ਵੈਪਨ ਕਿਸ ਤਰ੍ਹਾਂ ਚੋਰੀ ਕੀਤਾ ਉਹਨਾਂ ਨੇ ਇਹ ਕਹਾਣੀ ਸਾਹਮਣੇ ਆਈ ਹੈ ਕਿਉਂਕਿ ਉੱਥੇ ਵੀ ਕਾਫੀ ਗਾਣ ਜਿੰਨੀ ਕਿ ਪੜਤਾਲ ਆਪਾਂ ਹੁਣ ਤੱਕ ਕੀਤੀ ਹੈ ਇਹ ਸੁੱਤੇ ਹੋਏ ਬੰਦੇ ਕੋਲੋਂ ਇਹਨੇ ਵੈਪਨ ਚੋਰੀ ਕੀਤਾ ਸੀਗਾ ਬਾਕੀ ਹੁਣ ਹਜੇ ਡੂੰਘਾਈ ਨਾਲ ਜਿਹੜੀ ਇਹਦੀ ਪੁੱਛਗਿੱਛ ਕਰਨੀ ਰਹਿੰਦੀ ਹੈਗੀ ਹੈ ਕਿ ਕਿਹੜੇ ਹਾਲਾਤਾਂ ਵਿੱਚ ਕਿੱਥੋਂ ਕਿਸ ਪੁਆਇੰਟ ਤੇ ਨੇ ਵੈਪਨ ਚੋਰੀ ਕੀਤਾ ਹੈਗਾ ਉਹ ਸਾਰਾ ਕੁਝ ਆਪਾਂ ਕੁਝ ਪੜਤਾਲ ਹਜੇ ਕਰ ਰਹੇ ਹੈਗੇ ਹਾਂ ਸਰ ਰਿਮਾਂਡ ਦਿੱਤਾ ਹੋਇਆ ਪੁਲਿਸ ਰਿਮਾਂਡ ਹੈ ਹਜੇ ਪੇਸ਼ ਕਰਾ ਰਹੇ ਹੈਗੇ ਪੇਸ਼ ਕਰਾਉਣ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਰਿਮਾਂਡ ਮਿਲ ਜੂਗਾ थैंक यू ਸਰ ਇੱਕ ਹੋਰ ਆਪਣਾ ਜਿਹੜਾ ਲਾਰੈਂਸ ਨੂੰ ਦੇ ਕੇ ਗਏ ਦਿੱਲੀ ਐਨਆਈਏ ਉਹਦੇ ਬਾਰੇ ਬਤਾ ਦਿਓ ਇਹ ਐਨਆਈਏ ਦਾ ਕੋਈ ਕੇਸ ਹੈਗਾ ਦਿੱਲੀ ਦਾ ਜਿਹਦੇ ਵਿੱਚ ਉਹਨਾਂ ਨੇ ਲਾਰੈਂਸ ਦਾ ਰਿਮਾਂਡ ਲਿਆ ਹੈਗਾ ਉਹਨੂੰ ਪੇਸ਼ ਕਰਾਉਣ ਵਾਸਤੇ ਸਾਡੀ ਟੀਮ ਗਈ ਹੋਈ ਹੈ ਉਸ ਤੋਂ ਬਾਅਦ ਉੱਤੇ ਪੇਸ਼ ਕਰਾਉਣ ਤੋਂ ਬਾਅਦ ਐਨਆਈਏ ਉਹਦਾ ਪੁਲਿਸ ਕਸਟਡੀ ਲੈਂਦੀ ਹੈ ਕਿ ਨਹੀਂ ਲੈਂਦੀ ਹੈਗੀ ਡਿਪੈਂਡਸ ਔਨ ਐਨਆਈਏ ਓਨਲੀ ਤੇ ਸਾਡੀ ਟੀਮ ਜ਼ਰੂਰ ਗਈ ਹੋਈ ਹੈ ਉੱਥੇ ਪੇਸ਼ ਕਰਾਉਣ ਵਾਸਤੇ